प्यारे बच्चों, today we are going to calculate the magnetic field on the axis of a current carrying circular coil। ਜਿਹੜਾ ਸਾਡਾ ਲਾਸਟ ਆਰਟੀਕਲ ਸੀਗਾ ਉਹਦੇ ਵਿੱਚ ਅਸੀਂ ਮੈਗਨੈਟਿਕ ਫੀਲਡ ਸੈਂਟਰ ਤੇ ਨਿਕਾਲਿਆ ਸੀਗਾ। Now today we are going to calculate magnetic field on the axis of a circular current carrying coil। Now एक देखो आ ਤੁਹਾਡੇ ਕੋਲ ਇੱਕ ਕੋਇਲ ਮੈਂ ਰਿਪਰੈਜ਼ੈਂਟ ਕੀਤਾ ਹੈ ਤੇ ਇੱਕ ਆ ਸਰਕੂਲਰ ਕੋਇਲ ਹੈ। ਇਸ ਤਰ੍ਹਾਂ ਦਾ ਕੋਇਲ ਜੇ ਤੁਸੀਂ ਪੂਰਾ ਸਰਕੂਲਰ ਸ਼ੋ ਕਰਦੇ ਹੋ ਤੇ ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਕੋਇਲ ਇਸ ਤਰ੍ਹਾਂ ਪਿਆ ਤੇ ਇਹਦੀ ਆ ਐਕਸਿਸ ਇਧਰ ਨੂੰ ਹੋਏਗੀ। ਪਰ ਇਸ ਡਾਇਗਰਾਮ ਦੇ ਵਿੱਚ ਮੈਂ ਕੀ ਸ਼ੋ ਕੀਤਾ ਹੈ ਕਿ ਕੋਇਲ ਇਜ਼ ਪਲੇਸਡ ਲਾਈਕ ਦਿਸ। ਇਹਨੂੰ ਅਸੀਂ ਇਸ ਤਰ੍ਹਾਂ ਰੱਖਿਆ ਹੋਇਆ ਤਦੇ ਇਹ ਤੁਹਾਨੂੰ ਜਿਹੜਾ ਹੈ ਐਲਿਪਟੀਕਲ ਸ਼ੇਪ ਚ ਨਜ਼ਰ ਆ ਰਿਹਾ ਹੈ। ਐਕਚੁਅਲੀ ਇਹ ਕੋਇਲ ਜਿਹੜਾ ਹੈ ਤੁਹਾਡਾ ਸਰਕੂਲਰ ਸ਼ੇਪ ਵਿੱਚ ਹੈ। ਨਾਓ if the coil is placed like this then this will be the axis of the coil। ਇਹ ਤੁਹਾਡੀ ਐਕਸਿਸ ਹੋਏਗੀ ਤੇ ਇਸ ਐਕਸਿਸ ਦੇ ਉੱਪਰ ਕੋਈ ਪੁਆਇੰਟ ਹੈਗਾ ਸਾਡੇ ਕੋਲ P where we want to calculate the magnetic field strength। ਇੱਥੇ ਅਸੀਂ ਮੈਗਨੈਟਿਕ ਫੀਲਡ ਜਿਹੜਾ ਅਸੀਂ ਨਿਕਾਲਣਾ ਹੈ। ਆਓ ਇਸ ਨੂੰ ਜਿਹੜਾ ਅਸੀਂ ਡਿਟੇਲ ਦੇ ਵਿੱਚ ਆਪਾਂ ਸਟੱਡੀ ਕਰੀਏ। Here is a circular coil carrying current I। A is the radius of the coil, O is the center of the coil, and OX it is the axis of the coil। ਜਿਹੜਾ OX ਹੈ it is the axis of the coil, and P be the observation point at a distance x from the center of the coil। P ਸਾਡਾ ਜਿਹੜਾ observation point ਹੈ ਜਿੱਥੇ ਅਸੀਂ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਹੈ। ਇਹਦਾ ਡਿਸਟੈਂਸ ਜਿਹੜਾ ਹੈ ਸਾਡੇ ਸੈਂਟਰ ਆਫ ਦੀ ਕੋਇਲ ਤੋਂ ਕਿੰਨਾ ਹੈਗਾ ਸਾਡੇ ਕੋਲ x ਹੈਗਾ। ਨਾਓ ਜਦੋਂ ਵੀ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਹੈ ਕਰੰਟ ਕੈਰਿੰਗ ਕੋਇਲ ਦਾ ਤੇ ਅਸੀਂ ਪੜਿਆ ਕਿ ਬਾਇਓਟ-ਸੇਵਰਟਸ ਲਾਅ ਨੂੰ ਅਸੀਂ ਅਪਲਾਈ ਕਰਨਾ ਹੈ ਤੇ ਬਾਇਓਟ-ਸੇਵਰਟਸ ਲਾਅ ਨੂੰ ਅਪਲਾਈ ਕਰਨ ਦੇ ਲਈ ਅਸੀਂ ਕੀ ਸਮਝਿਆ ਸੀਗਾ ਕਿ ਸਭ ਨਾਲੋਂ ਪਹਿਲਾਂ ਕੋਇਲ ਦੇ ਉੱਤੇ ਇੱਕ ਸਮਾਲ ਕਰੰਟ ਐਲੀਮੈਂਟ ਲੈਣਾ ਬਹੁਤ ਹੀ ਜ਼ਰੂਰੀ ਹੈ। ਕਹਿਣ ਦਾ ਮਤਲਬ ਪੂਰੇ ਕੋਇਲ ਨੂੰ ਲਾਰਜ ਨੰਬਰ ਆਫ ਕਰੰਟ ਐਲੀਮੈਂਟ ਦੇ ਵਿੱਚ ਆਪਾਂ ਕੀ ਕਰਦੇ ਹਾਂ ਪਹਿਲਾਂ ਡਿਵਾਈਡ ਕਰਦੇ ਹਾਂ। ਨਾਓ ਟੇਕ ਵਨ ਸੱਚ ਕਰੰਟ ਐਲੀਮੈਂਟ। ਇਹ ਸਾਡੇ ਕੋਲ ਕਰੰਟ ਐਲੀਮੈਂਟ ਅਸੀਂ ਲੈ ਲਿਆ AB ਜਿਸ ਦੀ ਜਿਹੜੀ ਹੈ ਲੈਂਥ ਹੈਗੀ ਆ ਸਾਡੇ ਕੋਲ DL। ਇੱਕ ਸਮਾਲ ਅਸੀਂ ਕਰੰਟ ਐਲੀਮੈਂਟ ਲੈ ਲਿਆ ਜਿਹਦੀ ਲੈਂਥ ਹੈਗੀ ਆ DL। ਦਿਸ ਇਜ਼ ਅ ਲੈਂਥ ਐਲੀਮੈਂਟ। ਐਸੀ ਪੜਿਆ ਕਿ ਕਰੰਟ ਐਲੀਮੈਂਟ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਕਾਹਦੇ ਨਾਲ ਸ਼ੋ ਕਰਦੇ ਹਾਂ IDL। ਇਟ ਇਜ਼ ਅ ਵੈਕਟਰ ਕੁਆਂਟੀਟੀ। ਨਾਓ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਹੁੰਦੀ ਹੈ ਸਰਕੂਲਰ ਕੋਇਲ ਦੇ ਟੈਂਜੈਂਟ। ਨਾਓ ਕਰੰਟ ਕਿੱਧਰ ਜਾ ਰਿਹਾ ਦੇਖੋ ਪਹਿਲਾਂ ਕਰੰਟ ਇਜ਼ ਅਲੋਂਗ ਦਿਸ ਸਾਈਡ। ਇਹਦਾ ਮਤਲਬ ਇਹ ਸਾਡੇ ਕੋਲ ਜਿਹੜੀ ਹੈ ਡਾਇਰੈਕਸ਼ਨ ਆ ਗਈ IDL ਵੈਕਟਰ। ਦਿਸ ਇਜ਼ ਦਾ ਡਾਇਰੈਕਸ਼ਨ ਆਫ ਕਰੰਟ ਐਲੀਮੈਂਟ। ਤੇ ਜੇ ਇਹਨੂੰ ਅਸੀਂ ਇੱਕ ਰਿੰਗ ਦੇ ਅਕੋਰਡਿੰਗ ਸਮਝੀਏ ਆ ਦੇਖੋ ਜੇਕਰ ਆ ਸਾਡੇ ਕੋਲ ਸਰਕੂਲਰ ਕੋਇਲ ਹੈ ਜਿਸ ਤਰ੍ਹਾਂ ਡਾਇਗਰਾਮ ਦੇ ਵਿੱਚ ਪਿਆ ਦੇਖੋ ਇਹ ਸਰਕੂਲਰ ਕੋਇਲ ਇਹ ਸਾਡੀ ਜਿਹੜੀ ਹੈ ਉਹਦੀ ਐਕਸਿਸ ਹੋ ਗਈ। then this will be the current element। ਜੇ ਕਰੰਟ ਦੇਖੋ ਇਸ ਤਰ੍ਹਾਂ ਆ ਕੇ ਕਰੰਟ ਜਾਏਗਾ। ਨਾਓ this is the direction of current element। ਜਿਹੜੀ ਮੈਂ ਡਾਇਰੈਕਸ਼ਨ ਸ਼ੋ ਕੀਤੀ ਹੈ it is like this AB ਕਰੰਟ ਜਿਹੜਾ ਇਸ ਤਰ੍ਹਾਂ ਫਲੋ ਕਰ ਰਿਹਾ this is the direction of IDL। now this is the center, this is the observation point P। ਇਹ ਸਾਡਾ observation point P ਹੈ ਜਿਹੜਾ ਮੈਂ ਫਿੰਗਰ ਦੇ ਨਾਲ ਸ਼ੋ ਕਰ ਰਿਹਾ ਤੇ ਇਥੋਂ ਕਰੰਟ ਐਲੀਮੈਂਟ ਤੋਂ ਪਹਿਲਾਂ ਅਸੀਂ ਮੈਗਨੈਟਿਕ ਫੀਲਡ ਨਿਕਾਲਾਂਗੇ P ਪੁਆਇੰਟ ਤੇ। ਨਾਓ P ਪੁਆਇੰਟ ਦੇ ਉੱਪਰ ਜਿਹੜਾ ਮੈਗਨੈਟਿਕ ਫੀਲਡ ਅਸੀਂ ਫਾਈਂਡ ਆਊਟ ਕਰਨਾ ਹੈ ਸਭ ਨਾਲ ਪਹਿਲਾਂ ਇੱਕ ਸਮਾਲ ਲੈਂਥ ਐਲੀਮੈਂਟ ਦਾ ਫੀਲਡ ਨਿਕਾਲਾਂਗੇ। ਅਸੀਂ ਕਿਸ ਤਰ੍ਹਾਂ ਕਰਦੇ ਸੀ ਇਸ ਲੈਂਥ ਐਲੀਮੈਂਟ ਦੇ ਸੈਂਟਰ ਨੂੰ ਅਸੀਂ ਪਹਿਲਾਂ P ਪੁਆਇੰਟ ਦੇ ਨਾਲ ਅਸੀਂ ਜੁਆਇਨ ਕਰਤਾ ਜਿਹਦਾ ਡਿਸਟੈਂਸ ਹੈਗਾ ਸਾਡੇ ਕੋਲ ਕਿੰਨਾ ਹੈਗਾ R। ਜਿਸ ਤਰ੍ਹਾਂ ਅਸੀਂ ਨਾਲ ਦੇ ਨਾਲ ਇਹ ਡਾਇਗਰਾਮ ਸਮਝੋ
ਬਾਇਓਟ ਸੈਵਰਟਸ ਲਾਅ ਵਾਲੀ ਦੇਖੋ ਦੁਬਾਰਾ, ਇਹ ਸਾਡੇ ਕੋਲ ਸੀਗਾ ਲੈਂਥ ਐਲੀਮੈਂਟ AB, ਕਰੰਟ ਐਲੀਮੈਂਟ AB, ਇਹਦੇ ਸੈਂਟਰ ਤੋਂ ਆਬਜ਼ਰਵੇਸ਼ਨ ਪੁਆਇੰਟ ਨੂੰ ਅਸੀਂ ਜੁਆਇਨ ਕਰਦੇ ਹਾਂ, ਇਹਦੇ ਸੈਂਟਰ ਤੋਂ ਆਬਜ਼ਰਵੇਸ਼ਨ ਪੁਆਇੰਟ ਨੂੰ ਜੁਆਇਨ ਕਰਦੇ ਸੀਗੇ ਸੈਂਟਰ ਤੋਂ। ਸਿਮਿਲਰਲੀ ਆ ਸਾਡਾ ਆਬਜ਼ਰਵੇਸ਼ਨ ਪੁਆਇੰਟ, ਆ ਸਾਡਾ ਲੈਂਥ ਕਰੰਟ ਐਲੀਮੈਂਟ, ਇਹਦੇ ਸੈਂਟਰ ਤੋਂ ਅਸੀਂ ਤੇ ਜੁਆਇਨ ਕੀਤਾ, ਤੇ ਸਾਡੇ ਕੋਲ ਜਿਹੜਾ ਹੈ ਪੋਜੀਸ਼ਨ ਵੈਕਟਰ ਸਾਡੇ ਕੋਲ ਕਿਹੜਾ ਆ ਗਿਆ R। ਜੇ ਨਹੀਂ ਲਿਖਣਾ ਤੇ ਇੱਥੇ ਵੈਕਟਰ ਨਹੀਂ ਪਾਣਾ ਚਾਹੁੰਦੇ ਫਿਰ ਇਹਦੇ ਉੱਪਰ ਵੀ ਵੈਕਟਰ ਨਹੀਂ ਪਾਣਾ, ਜਸਟ ਵੀ ਰਿਪਰੈਜ਼ੈਂਟ ਦਾ ਡਿਸਟੈਂਸ, ਇਹਦੇ ਸੈਂਟਰ ਤੋਂ ਆਬਜ਼ਰਵੇਸ਼ਨ ਪੁਆਇੰਟ ਦਾ ਜਿਹੜਾ ਡਿਸਟੈਂਸ ਹੈ ਇਟ ਇਜ਼ ਇਕੁਅਲ ਟੂ ਸਾਡੇ ਕੋਲ ਕਿੰਨਾ ਆ ਗਿਆ R। ਨਾਓ ਅਕੋਰਡਿੰਗ ਟੂ, ਨਾਲ ਦੇ ਨਾਲ ਲਿਖੀ ਜਾਣਾ ਹੈ, ਅਕੋਰਡਿੰਗ ਟੂ ਬਾਇਓਟ ਸੈਵਰਟ ਲਾਅ, ਬਾਇਓਟ ਸੈਵਰਟਸ ਲਾਅ ਦੇ ਅਕੋਰਡਿੰਗ DB, ਪਹਿਲੀ ਗੱਲ ਤੇ ਅਸੀਂ DB ਕਿਉਂ ਲਿਖਿਆ, ਬਿਕੋਜ਼ ਮੈਗਨੈਟਿਕ ਫੀਲਡ ਪੂਰੇ ਕੋਇਲ ਦਾ ਨਹੀਂ ਨਿਕਾਲ ਰਹੇ, ਅਸੀਂ ਮੈਗਨੈਟਿਕ ਫੀਲਡ ਡਿਊ ਟੂ ਸਮਾਲ ਕਰੰਟ ਐਲੀਮੈਂਟ ਕਰਕੇ ਲੈ ਕੇ ਜਾ ਰਹੇ ਹਾਂ। ਨਾਓ ਇਟ ਇਜ਼ DB small magnitude of magnetic field due to current element, it is given by formula ਕੀ ਸੀਗਾ mu naught over ਸਾਡੇ ਕੋਲ ਕਿੰਨਾ ਸੀਗਾ 4 pi, ਨਾਲ ਸਾਡੇ ਕੋਲ ਸੀਗਾ I dl, ਨਾਲ ਆ ਗਿਆ sin theta divided by ਸਾਡੇ ਕੋਲ ਆ ਜਾਏਗਾ ਨੀਚੇ r ਦਾ ਸਕੁਅਰ, ਇਥੋਂ ਲੈ ਕੇ ਆਬਜ਼ਰਵੇਸ਼ਨ ਪੁਆਇੰਟ ਤੱਕ ਡਿਸਟੈਂਸ ਸੀਗਾ r, ਉਹਦਾ ਕਰ ਦਿੱਤਾ ਇੱਥੇ ਆਪਾਂ ਸਕੁਅਰ ਕਰ ਦਿੱਤਾ। Now here theta is equal to 90 degree, थीटा ਸਾਡੇ ਕੋਲ ਜਿਹੜਾ ਹੈ ਉਹ 90 ਡਿਗਰੀ ਆਏਗਾ। ਉਹ ਕਿਸ ਤਰ੍ਹਾਂ ਹੈ ਆਇਆ ਧਿਆਨ ਨਾਲ ਦੇਖੋ, ਥੀਟਾ ਜਿਹੜਾ ਹੈ 90 ਕਿਸ ਤਰ੍ਹਾਂ ਆਏਗਾ, ਆ ਸਾਡੇ ਕੋਲ ਕੋਇਲ ਤੇ ਇਹ ਸਾਡੀ ਐਕਸਿਸ, ਆਈਡੀਅਲ ਮੈਂ ਹੁਣੇ ਸਮਝਾਇਆ ਅਲੋਂਗ ਦਿਸ ਸਾਈਡ, ਤੇ ਆ ਸੈਂਟਰ ਤੋਂ ਅਸੀਂ ਜਿਹੜੀ ਆ ਲਾਈਨ ਜੁਆਇਨ ਕੀਤੀ ਆ ਦੇਖੋ ਆ ਵਾਲੀ, ਇਹ ਆਬਜ਼ਰਵੇਸ਼ਨ ਪੁਆਇੰਟ ਹੈ ਸਾਡਾ ਇਹਦੇ ਉੱਤੇ, ਮੈਂ ਇਹਨੂੰ ਇੱਥੇ ਪਕੜ ਲਿਆ, ਇਹ ਸਾਡਾ ਆਬਜ਼ਰਵੇਸ਼ਨ ਪੁਆਇੰਟ, ਆਈਡੀਅਲ ਇਜ਼ ਅਲੋਂਗ ਦਿਸ ਸਾਈਡ, ਤੇ ਅਸੀਂ ਇਹਨੂੰ ਇਹਦੇ ਨਾਲ ਜੁਆਇਨ ਕੀਤਾ ਹੈ, ਆਬਜ਼ਰਵੇਸ਼ਨ ਪੁਆਇੰਟ ਨੂੰ P ਦੇ ਨਾਲ ਅਸੀਂ ਸੈਂਟਰ ਤੋਂ ਜੁਆਇਨ ਕੀਤਾ ਹੈ। ਨਾਓ ਦਿਸ, ਤੇ ਇਹ ਸਾਡਾ ਜਿਹੜਾ ਐਂਗਲ ਦੇਖੋ ਜਿਹੜਾ ਹੈ ਬਿਕਮ 90 ਡਿਗਰੀ। ਥੀਟਾ ਐਂਗਲ ਹੁੰਦਾ ਕਾਦੇ ਵਿੱਚ ਹੈ, ਥੀਟਾ ਇਜ਼ ਦਾ ਐਂਗਲ ਬਿਟਵੀਨ ਕਰੰਟ ਐਲੀਮੈਂਟ ਐਂਡ ਪੋਜੀਸ਼ਨ ਵੈਕਟਰ, ਜਿਹੜਾ ਇਹ ਡਿਸਟੈਂਸ r ਹੈ ਤੇ ਕਰੰਟ ਐਲੀਮੈਂਟ ਦੇ ਵਿੱਚ ਜਿਹੜਾ ਐਂਗਲ ਹੈ ਇਟ ਇਜ਼ ਇਕੁਅਲ ਟੂ ਸਾਡੇ ਕੋਲ ਕਿੰਨਾ ਆ ਗਿਆ 90 ਡਿਗਰੀ। ਨਾਓ dB will become, dB ਦੀ ਵੈਲਿਊ ਕਿੰਨੀ ਆ ਜਾਏਗੀ ਸਾਡੇ ਕੋਲ mu naught divided by 4 pi I dl sin 90, ਜਦੋਂ sin 90 ਭਰੋਗੇ ਤਾਂ sin 90 ਦੀ ਵੈਲਿਊ ਸਾਡੇ ਕੋਲ ਆ ਗਈ 1 and we get only I dl over r square। ਕੱਲ ਵੀ ਜਿਹੜਾ ਆਰਟੀਕਲ ਪੜਿਆ ਸੀ ਉਹਦੇ ਵਿੱਚ ਵੀ ਸਾਡਾ ਜਿਹੜਾ ਥੀਟਾ ਜਿਹੜਾ ਆਇਆ ਸੀ 90 ਡਿਗਰੀ ਆਇਆ ਸੀ, ਕੱਲ ਵਾਲਾ ਆਰਟੀਕਲ ਸੈਂਟਰ ਵਾਲਾ। Now again theta is 90 degree, sin 90 ਸਾਡਾ ਕਿੰਨਾ ਹੋ ਗਿਆ 1, ਤੁਸੀਂ ਚਾਹੋ ਤੇ ਇੱਥੇ ਲਿਖ ਸਕਦੇ ਹੋ because sin 90 is equal to 1। ਇਹ ਸਾਡੀ ਜਿਹੜੀ ਹੈ ਇਕੁਏਸ਼ਨ ਬਣ ਗਈ, this is the equation number 1। Now ਇੱਕ ਸਮਾਲ ਪੋਰਸ਼ਨ ਕਰਕੇ P ਪੁਆਇੰਟ ਦੇ ਉੱਤੇ ਅਸੀਂ ਮੈਗਨੈਟਿਕ ਫੀਲਡ ਅਸੀਂ ਜਿਹੜਾ ਹੈ ਉਹ ਨਿਕਾਲ ਲਿਆ। Similarly there will be large number of length element, ਇਹ ਵੀ ਇੱਕ length element ਬਣਦਾ ਹੈ, ਇਹ ਵੀ length element ਬਣਦਾ ਹੈ, ਕਿੰਨੇ ਸਾਰੇ ਸਾਡੇ ਜਿਹੜੇ ਨੇ ਇਹਦੇ ਵਿੱਚ length elements ਜਿਹੜੇ ਨੇ ਬਣਦੇ ਨੇ, ਉਹਨਾਂ ਸਾਰਿਆਂ ਕਰਕੇ ਫਿਰ ਅਸੀਂ ਟੋਟਲ ਮੈਗਨੈਟਿਕ ਫੀਲਡ ਜਿਹੜਾ ਹੈ ਅਸੀਂ P ਪੁਆਇੰਟ ਦੇ ਉੱਤੇ ਜਿਹੜਾ ਆਪਾਂ ਉਹ ਫਾਈਂਡ ਆਊਟ ਕਰਾਂਗੇ। ਨਾਓ ਫਸਟ ਆਫ ਆਲ ਇਸ ਤੱਕ ਤੁਸੀਂ ਨੋਟ ਕਰ ਲਿਆ, ਮੈਂ ਇਹਨੂੰ ਰੱਬ ਕਰਨ ਲੱਗਾ। ਨਾਓ ਇਹ ਚੀਜ਼ ਨੋਟ ਕਰੋ, ਅਸੀਂ ਜਦੋਂ ਮੈਗਨੈਟਿਕ ਫੀਲਡ ਨੂੰ ਵੈਕਟਰ ਫਾਰਮ ਦੇ ਵਿੱਚ ਸਟੱਡੀ ਕੀਤਾ ਸੀ ਬਾਇਓਟ ਸੈਵਰਟਸ ਲਾਅ ਦੇ ਵਿੱਚ, ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਕਿ ਸਾਡੇ ਕੋਲ ਵੈਕਟਰ ਫਾਰਮ ਦੇ ਵਿੱਚ ਬਾਇਓਟ ਸੈਵਰਟਸ ਲਾਅ ਆਪਾਂ ਇਸ ਤਰ੍ਹਾਂ ਲਿਖਦੇ ਹਾਂ। ਇਹ ਤੁਸੀਂ ਪਾਰਟ 2 ਜਿਹੜਾ ਹੈ ਸਾਡਾ ਜਾਂ 3 ਲੈਕਚਰ ਦਾ ਉੱਥੇ ਦੇਖੋ, I dl cross r ਵੈਕਟਰ ਓਵਰ ਸਾਡੇ ਕੋਲ ਕਿੰਨਾ ਸੀਗਾ r ਦਾ ਕਿਊਬ। Now dB vector mu naught over 4 pi I dl cross r vector over r cube। मैग्नेटिक फील्ड ਜਿਹੜਾ ਹੈ
ਇਟ ਇਜ਼ ਪਰਪੈਂਡੀਕੂਲਰ ਟੂ ਬੋਥ। ਮੈਗਨੈਟਿਕ ਫੀਲਡ ਜਿਹੜਾ ਹੈ ਦੋਨਾਂ ਦੇ ਹੀ ਪਰਪੈਂਡੀਕੂਲਰ ਹੈ, ਡੀਐਲ ਵੈਕਟਰ ਦੇ ਵੀ ਤੇ ਆਰ ਵੈਕਟਰ ਦੋਨਾਂ ਦੇ ਹੀ ਪਰਪੈਂਡੀਕੂਲਰ ਸਾਡਾ ਜਿਹੜਾ ਹੈ ਉਹ ਮੈਗਨੈਟਿਕ ਫੀਲਡ ਹੈ, ਕਿਉਂਕਿ ਕ੍ਰਾਸ ਪ੍ਰੋਡਕਟ ਇਹਨਾਂ ਦੋਨਾਂ ਦੀ ਕੀਤੀ, ਸਾਡੇ ਕੋਲ dB ਆਇਆ। ਇਟ ਇਜ਼ ਪਰਪੈਂਡੀਕੂਲਰ ਟੂ ਬੋਥ ਡੀਐਲ ਵੈਕਟਰ, ਇਟ ਇਜ਼ ਆਲਸੋ ਪਰਪੈਂਡੀਕੂਲਰ ਟੂ ਆਰ ਵੈਕਟਰ। ਤੇ ਇੱਥੇ ਜਿਹੜਾ ਅਸੀਂ ਮੈਗਨੈਟਿਕ ਫੀਲਡ ਫਾਈਂਡ ਕੀਤਾ ਹੈ, ਇਸ ਦੀ ਡਾਇਰੈਕਸ਼ਨ ਅਸੀਂ ਕਿਸ ਤਰ੍ਹਾਂ ਲਿਖਾਂਗੇ, ਇਹਨੂੰ ਅਸੀਂ ਰਿਪਰੈਜ਼ੈਂਟ ਕਰਨ ਲੱਗੇ ਆ ਲਾਈਕ ਦਿਸ। ਦੇਖੋ ਆਹ ਲਾਈਨ ਨੂੰ ਨੋਟ ਕਰੋ, ਇਹ ਬਿਲਕੁਲ ਮੈਂ 90 ਡਿਗਰੀ ਦੇ ਉੱਤੇ ਬਣਾਈ ਹੈ। ਨਾਓ ਦਿਸ ਇਜ਼ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਇਹ ਜਿਹੜਾ ਹੈ ਬਿਲਕੁਲ ਮੈਂ ਆਰ ਦੇ ਬਿਲਕੁਲ ਮੈਂ ਪਰਪੈਂਡੀਕੂਲਰ ਜਿਹੜਾ ਹੈ ਆਪਣੇ ਅਕੋਰਡਿੰਗ ਜਿਹੜਾ ਤੁਹਾਨੂੰ ਮੈਂ ਉਹ ਸ਼ੋ ਕਰ ਦਿੱਤਾ ਹੈ। ਦਿਸ ਇਜ਼ ਪਰਪੈਂਡੀਕੂਲਰ ਟੂ ਦਾ ਆਰ ਵੈਕਟਰ ਐਂਡ ਡੀਐਲ ਵੈਕਟਰ। ਨਾਓ ਇਸ ਤੋਂ ਬਾਅਦ ਇਸ ਸਮਾਲ ਮੈਗਨੈਟਿਕ ਫੀਲਡ ਨੂੰ ਅਸੀਂ ਜਿਹੜਾ ਹੈ ਦੋ ਕੰਪੋਨੈਂਟਸ ਵਿੱਚ ਜਿਹੜੇ ਆਪਸ ਵਿੱਚ ਪਰਪੈਂਡੀਕੂਲਰ ਨੇ, ਇਹਨਾਂ ਦੇ ਵਿੱਚ ਅਸੀਂ ਇਸ ਨੂੰ ਜਿਹੜਾ ਹੈ ਰਿਜ਼ੋਲਵ ਕਰਾਂਗੇ। ਨਾਓ ਦਿਸ ਮੈਗਨੈਟਿਕ ਫੀਲਡ ਇਜ਼ ਰਿਜ਼ੋਲਵਡ ਯਾਨੀ ਕਿ ਡਿਵਾਈਡਡ ਇਨਟੂ ਟੂ ਪਰਪੈਂਡੀਕੂਲਰ ਕੰਪੋਨੈਂਟਸ, ਜਿਹਨੂੰ ਅਸੀਂ ਬੋਲਦੇ ਹਾਂ ਰੈਕਟੈਂਗੂਲਰ ਰੈਜ਼ੋਲੂਸ਼ਨ। ਉਹਦੇ ਅਕੋਰਡਿੰਗ ਇਹਦੇ ਅਸੀਂ ਜਿਹੜਾ ਹੈ ਦੋ ਪਾਰਟਸ ਕਰ ਰਹੇ ਹਾਂ। ਨਾਓ ਕਿਹੜੇ ਪਾਸੇ cos ਵਾਲਾ ਕੰਪੋਨੈਂਟ ਆਏਗਾ, ਕਿਹੜੇ ਪਾਸੇ ਇਹਦਾ sin ਵਾਲਾ ਕੰਪੋਨੈਂਟ ਆਏਗਾ, ਉਹ ਡਿਪੈਂਡ ਕਰਦਾ ਸਾਡੇ ਐਂਗਲ ਦੇ ਉੱਤੇ। ਨਾਓ ਸਪੋਜ਼ this angle is equal to beta। ਮੰਨ ਲਓ ਵੀ ਜਿਹੜਾ ਆ ਐਂਗਲ ਜਿਹੜਾ ਬਣਦਾ ਪਿਆ ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ, ਆ ਐਂਗਲ ਅਸੀਂ ਲੈ ਕੇ ਚੱਲੇ ਹਾਂ ਬੀਟਾ। ਨਾਓ this is perpendicular। ਆ ਦੇਖੋ ਇਹ ਵਾਲੀ ਲਾਈਨ ਤੇ ਆ ਜਿਹੜੇ ਆਪਸ ਵਿੱਚ ਪਰਪੈਂਡੀਕੂਲਰ ਨੇ, ਇਹਦਾ ਮਤਲਬ ਹੈ ਟੋਟਲ ਐਂਗਲ ਕਿੰਨਾ ਹੋ ਗਿਆ, ਇਹ ਮੈਂ ਫਿੱਕਾ ਜਿਹਾ ਜਿਹੜਾ ਬਣਾਇਆ ਦੇਖੋ ਇੱਥੇ, ਇਟ ਇਜ਼ 90 ਡਿਗਰੀ, ਜਿਹਦੇ ਵਿੱਚੋਂ ਆ ਸਾਡੇ ਕੋਲ ਬੀਟਾ ਹੈ। ਤੇ ਇਹਦਾ ਮਤਲਬ ਜਿਹੜਾ ਆ ਐਂਗਲ ਬਾਕੀ ਐਂਗਲ ਆਏਗਾ ਸਾਡੇ ਕੋਲ ਆ ਵਾਲਾ ਐਂਗਲ, ਇਟ ਵਿਲ ਬੀ ਇਕੁਅਲ ਟੂ 90 ਮਾਈਨਸ ਬੀਟਾ, ਕਿਉਂਕਿ ਇਹ ਟੋਟਲ ਕਿੰਨਾ ਹੈ, ਇੱਥੋਂ ਤੱਕ ਟੋਟਲ ਜਿਹੜਾ ਹੈ ਸਾਡੇ ਕੋਲ 90 ਹੈ। ਇੱਥੇ ਚੈੱਕ ਕਰੋ 90 ਮਾਈਨਸ ਬੀਟਾ ਪਲੱਸ ਬੀਟਾ, ਬੀਟਾ ਨਾਲ ਬੀਟਾ ਕੈਂਸਲ, ਟੋਟਲ ਐਂਗਲ ਕਿੰਨਾ ਆਏਗਾ ਸਾਡੇ ਕੋਲ 90। ਨਾਓ ਆ ਐਂਗਲ ਸਾਡੇ ਕੋਲ ਪਤਾ ਲੱਗ ਗਿਆ 90 ਮਾਈਨਸ ਬੀਟਾ। ਨਾਓ dB ਤੇ r ਆਪਸ ਵਿੱਚ ਪਰਪੈਂਡੀਕੂਲਰ ਹੈ। ਦੇਖੋ ਹੁਣੇ ਸਮਝਾਇਆ ਸੀ ਕਿ dB r ਦੇ ਤੇ dl ਦੋਨਾਂ ਦੇ ਪਰਪੈਂਡੀਕੂਲਰ। ਨਾਓ ਦਿਸ ਇਜ਼ ਆਲਸੋ 90। ਜੇ ਆ ਪੂਰਾ 90 ਹੈ ਤੇ ਜੇ ਆ 90 ਮਾਈਨਸ ਬੀਟਾ ਆ ਗਿਆ ਇੰਨਾ ਹਿੱਸਾ, ਤੇ ਬਾਕੀ ਸਾਡੇ ਕੋਲ ਆ ਵਾਲਾ ਜਿਹੜਾ ਐਂਗਲ ਆਏਗਾ ਇਟ ਵਿਲ ਬੀ ਇਕੁਅਲ ਟੂ ਬੀਟਾ, ਦੈਟ ਵਿਲ ਬੀ ਇਕੁਅਲ ਟੂ ਬੀਟਾ। ਤੇ ਤੁਸੀਂ ਡਾਇਗਰਾਮ ਦੇ ਵਿੱਚ ਕੋਈ ਐਂਗਲ ਨਹੀਂ ਸ਼ੋ ਕਰਨੇ, ਜਸਟ ਇਹ ਵਾਲਾ ਜਿਹੜਾ ਹੈ ਐਂਗਲ ਤੁਸੀਂ ਸ਼ੋ ਕਰਨਾ ਹੈ। ਇਹ ਮੈਂ ਤੁਹਾਨੂੰ 90 ਡਿਗਰੀ ਇਸ ਕਰਕੇ ਦੱਸਿਆ ਸੀ ਕਿ ਕਿਉਂਕਿ ਸਾਡਾ dB r ਦੇ ਪਰਪੈਂਡੀਕੂਲਰ ਹੈ ਤੇ ਸਾਡੇ ਕੋਲ ਡਾਇਗਰਾਮ ਦੇ ਵਿੱਚ ਸਿਰਫ ਤੇ ਸਿਰਫ ਆ ਐਂਗਲ ਪਤਾ ਲੱਗ ਗਿਆ ਸਾਡੇ ਕੋਲ ਕਿੰਨਾ ਆ ਗਿਆ ਬੀਟਾ। ਜੇ ਆ ਬੀਟਾ ਹੈ ਤੇ ਇਧਰੋਂ ਆ ਵਾਲਾ ਐਂਗਲ ਵੀ ਜਿਹੜਾ ਹੈ ਉਹ ਬੀਟਾ ਹੋਏਗਾ। ਨਾਓ dB ਦੇ ਦੋ ਕੰਪੋਨੈਂਟਸ, ਜਿਹੜੇ ਪਾਸੇ ਐਂਗਲ ਬਣਦਾ ਹੈ ਉਸ ਪਾਸੇ ਸਾਡੇ ਕੋਲ ਆ ਗਿਆ dB cos ਬੀਟਾ। ਇਹਦੇ ਉੱਤੇ ਬੇਟਾ ਵੈਕਟਰ ਨਹੀਂ ਪਾਣਾ ਕਿਉਂਕਿ ਕੰਪੋਨੈਂਟਸ ਜਿਹੜੇ ਹੁੰਦੇ ਨੇ ਉਹ ਜਿਹੜੇ ਨੇ ਉਹ ਸਕੇਲਰ ਨੇ। ਨਾਓ dB cos ਬੀਟਾ ਆ ਗਿਆ ਤੇ ਦੂਸਰਾ ਅਲੋਂਗ ਦਿਸ ਸਾਈਡ ਉਹਦੀ ਵੈਲਿਊ ਆ ਗਈ ਸਾਡੇ ਕੋਲ dB ਤੇ ਸਾਡੇ ਕੋਲ ਆ ਜਾਏਗਾ sin ਬੀਟਾ। ਇਹ ਦੋ ਕੰਪੋਨੈਂਟਸ ਵਿੱਚ ਮੈਂ ਆਪਣੇ ਮੈਗਨੈਟਿਕ ਫੀਲਡ ਨੂੰ ਜਿਹੜਾ ਹੈ ਉਹ ਡਿਵਾਈਡ ਕਰ ਲਿਆ। ਇਹਦਾ ਮਤਲਬ AB ਲੈਂਥ ਐਲੀਮੈਂਟ ਕਰੰਟ ਐਲੀਮੈਂਟ ਕਰਕੇ ਜਦੋਂ ਇੱਥੇ ਮੈਗਨੈਟਿਕ ਫੀਲਡ ਨਿਕਾਲਿਆ, ਇਹਦੇ ਗਾਂ ਫਰਦਰ ਅਸੀਂ ਦੋ ਕੰਪੋਨੈਂਟ ਅਸੀਂ ਇਹਦੇ ਕਰ ਦਿੱਤੇ। ਇਹਦੇ ਵਿੱਚ ਇੱਕ ਤੇ ਕਰੰਟ ਐਲੀਮੈਂਟ ਹੈ ਨਹੀਂ, ਬਹੁਤ ਸਾਰੇ ਕਰੰਟ ਐਲੀਮੈਂਟ ਨੇ। ਅਸੀਂ ਕੀ ਕਰਦੇ ਹਾਂ, ਜਸਟ ਇਹਦੇ ਆਪੋजिट ਇੱਥੇ ਅਸੀਂ ਜਿਹੜਾ ਹੈ ਇੱਕ ਕਰੰਟ ਐਲੀਮੈਂਟ ਜਿਹੜਾ ਹੈ ਅਸੀਂ ਇੱਥੇ ਵੀ ਨੋਟ ਕਰ ਲਿਆ, ਸਪੋਜ਼ ਇਟ ਇਜ਼ CD। ਇਹਦੇ ਜਸਟ ਆਪੋजिट ਮੈਂ ਇੱਕ ਹੋਰ ਕਰੰਟ ਐਲੀਮੈਂਟ ਲੈ ਲਿਆ, ਉਹਦਾ ਨਾਮ ਹੈ CD, ਜਿਹਦੀ ਲੈਂਥ ਬਿਲਕੁਲ DL ਦੇ ਇਕੁਅਲ ਹੈ। ਇਹਦੀ ਲੈਂਥ ਵੀ ਸਾਡੇ ਕੋਲ ਜਿਹੜੀ ਹੈ DL ਦੇ ਇਕੁਅਲ ਹੈ।
ਨਾਓ ਜੇ ਕਰੰਟ ਇਸ ਤਰ੍ਹਾਂ ਫਲੋ ਹੋ ਰਿਹਾ ਤੇ ਇਧਰ ਨੂੰ ਸਾਡਾ ਜਿਹੜਾ ਹੈ ਕਰੰਟ ਐਲੀਮੈਂਟ ਆਏਗਾ I dl ਵੈਕਟਰ। ਨਾਓ ਇਹਦੇ ਸੈਂਟਰ ਤੋਂ ਅਸੀਂ ਮੈਗਨੈਟਿਕ ਫੀਲਡ ਅਸੀਂ ਫਿਰ ਦੁਬਾਰਾ P ਪੁਆਇੰਟ ਦੇ ਉੱਤੇ ਫਾਈਂਡ ਆਊਟ ਕਰਾਂਗੇ। ਨਾਓ ਇਹਦਾ ਮੈਗਨੈਟਿਕ ਫੀਲਡ ਕਿੰਨਾ ਆਏਗਾ, ਆ ਵੀ ਡਿਸਟੈਂਸ ਸਾਡੇ ਕੋਲ r ਹੀ ਹੋਏਗਾ। ਕਿਉਂ, ਜੇ r ਰੇਡੀਅਸ ਹੈ ਤੇ ਨੀਚੇ ਵੀ ਰੇਡੀਅਸ ਹੀ ਹੋਏਗਾ, ਸਾਰਾ ਕੁਝ ਤੇ ਸੇਮ ਹੈਗਾ, x ਵੀ ਹੈ, ਇਹ ਵੀ ਡਿਸਟੈਂਸ ਸਾਡਾ ਸੇਮ ਹੈ, ਕਿੰਨਾ ਆਏਗਾ r। ਤੇ ਮੈਗਨੈਟਿਕ ਫੀਲਡ ਵਿਲ ਬੀ ਰਿਪਰੈਜ਼ੈਂਟਡ ਬਾਈ ਲਾਈਕ ਦਿਸ। ਨਾਓ ਇਹਦੇ ਮੈਗਨੈਟਿਕ ਫੀਲਡ ਨੂੰ ਅਸੀਂ ਜਿਹੜਾ ਹੈ dB ਡੈਸ਼ ਕਹਿ ਦਿੰਦੇ ਆ। this is the dB dash magnetic field due to current element CD। now ਇਹ ਵਾਲੀ ਜਿਹੜੀ ਮੈਂ ਇਕੁਏਸ਼ਨ ਲਿਖੀ ਹੈ ਇਹਨੂੰ ਤੁਸੀਂ ਕਾਪੀ ਤੇ ਨਹੀਂ ਲਿਖਣਾ, ਇਹ ਤੁਹਾਡੇ ਸਮਝਾਉਣ ਵਾਸਤੇ ਸੀ ਕਿ dB ਜਿਹੜਾ ਹੈ r ਤੇ dl ਦੋਨਾਂ ਦੇ ਪਰਪੈਂਡੀਕੂਲਰ ਹੋਏਗਾ। ਇਹ ਤੁਹਾਡੀ ਲਾਸਟ ਇਕੁਏਸ਼ਨ ਜਿਹੜੀ ਲਾਸਟ ਇਕੁਏਸ਼ਨ ਸਾਡੇ ਕੋਲ ਆਈ ਸੀ 1, ਇਹ ਆ ਗਈ। ਨਾਓ ਇਸ ਤੋਂ ਬਾਅਦ ਸਾਡੇ ਕੋਲ ਇੱਕ ਇਕੁਏਸ਼ਨ ਹੋਰ ਆ ਗਈ dB ਡੈਸ਼, ਉਹਦੀ ਵੈਲਿਊ ਕਿੰਨੀ ਆਏਗੀ ਮਿਊ ਨॉट ਓਵਰ ਸਾਡੇ ਕੋਲ ਕਿੰਨੀ ਆਏਗੀ 4 ਪਾਈ। ਅੱਗੇ ਸਾਡੇ ਕੋਲ ਆ ਜਾਏਗਾ I ਸੇਮ dl ਆਏਗਾ ਡਿਵਾਈਡਡ ਬਾਈ r ਸਕੁਅਰ। ਦਿਸ ਇਜ਼ ਇਕੁਏਸ਼ਨ ਨੰਬਰ 2। ਇਹ ਸਾਡੀ ਜਿਹੜੀ ਹੈ ਇਕੁਏਸ਼ਨ ਨੰਬਰ ਜਿਹੜੀ ਸਾਡੇ ਕੋਲ 2 ਆ ਗਈ। ਫਰੋਮ 1 ਐਂਡ 2, 1 ਤੇ 2 ਨੂੰ ਜਰਾ ਧਿਆਨ ਨਾਲ ਦੇਖੋ, ਸਾਡੇ ਕੋਲ dB ਦੀ ਵੈਲਿਊ dB ਡੈਸ਼ ਦੇ ਸਾਡੇ ਕੋਲ ਕੀ ਆਏਗੀ ਇਕੁਅਲ। ਕਹਿਣ ਦਾ ਮਤਲਬ ਜੇਕਰ ਇਹਦੇ ਕਰਕੇ ਤੇ ਇਹਦੇ ਕਰਕੇ ਮੈਗਨੈਟਿਕ ਫੀਲਡ ਫਾਈਂਡ ਕਰੀਏ, ਦੋਨਾਂ ਦੀ ਲੈਂਥ ਆਪਾਂ ਸੇਮ ਰੱਖੀ ਹੈ, ਕਰੰਟ ਸੇਮ ਫਲੋ ਕਰ ਰਿਹਾ ਹੈ, ਤੇ ਮੈਗਨੈਟਿਕ ਫੀਲਡ ਦਾ ਜਿਹੜਾ ਮੈਗਨੀਟਿਊਡ ਹੋਏਗਾ that will be same। ਇਹ ਦੋਨੋਂ ਆਪਸ ਵਿੱਚ ਕੀ ਹੋਣਗੇ ਇਕੁਅਲ। ਨਾਓ ਇਸ ਮੈਗਨੈਟਿਕ ਫੀਲਡ ਨੂੰ ਅਸੀਂ ਦੋ ਕੰਪੋਨੈਂਟਸ ਵਿੱਚ ਅਸੀਂ ਡਿਵਾਈਡ ਕਰ ਦਿੰਦੇ ਆ। ਦੇਖੋ, ਇੱਕ ਤੁਹਾਡੇ ਕੋਲ ਆ ਗਿਆ ਨੀਚੇ ਨੂੰ ਆ ਗਿਆ, ਟੇਲ ਤੋਂ ਜਾਓ, ਦੂਸਰਾ along this side ਆ ਜਾਏਗਾ। now this angle is beta, then this is also equal to beta। ਇਹ ਵੀ beta angle ਹੋਏਗਾ ਤੇ ਸਾਡੇ ਕੋਲ ਇੱਥੇ ਵੀ beta ਆਏਗਾ, ਤੇ ਨੀਚੇ ਵਾਲਾ ਜਿਹੜਾ ਕੰਪੋਨੈਂਟ ਹੈ dB ਡੈਸ਼ ਸਾਡੇ ਕੋਲ ਆ ਜਾਏਗਾ cos beta, ਤੇ ਇਧਰ ਵਾਲਾ ਜਿਹੜਾ ਕੰਪੋਨੈਂਟ ਆ ਜਾਏਗਾ dB ਡੈਸ਼ ਤੇ ਸਾਡੇ ਕੋਲ ਆ ਜਾਏਗਾ sin beta। ਅਸੀਂ ਇਹਨੂੰ ਵੀ ਦੋ ਪਾਰਟਸ ਵਿੱਚ ਡਿਵਾਈਡ ਕਰ ਲਿਆ, dB ਨੂੰ ਵੀ 2 ਪਾਰਟਸ ਵਿੱਚ ਅਸੀਂ ਕੀ ਕਰ ਲਿਆ ਡਿਵਾਈਡ ਕਰ ਲਿਆ। ਇਸ ਡਾਇਗਰਾਮ ਤੋਂ ਸਾਨੂੰ ਕੀ ਪਤਾ ਲੱਗਦਾ ਹੈ, dB cos ਤੇ dB dash cos ਨੂੰ, ਇਹਨਾਂ ਦੋਨਾਂ ਨੂੰ ਧਿਆਨ ਨਾਲ ਦੇਖੋ, ਇਹ ਆਪਸ ਵਿੱਚ ਆਪੋਜ਼ਿਟ ਡਾਇਰੈਕਸ਼ਨ ਚ ਆ ਗਏ ਨੇ। ਇਹ ਉੱਪਰ ਨੂੰ ਹੈ, ਇਹ ਸਾਡੇ ਕੋਲ ਜਿਹੜਾ ਹੈ ਨੀਚੇ ਨੂੰ ਹੈ, ਇਹ ਆਪਸ ਵਿੱਚ ਆਪੋਜ਼ਿਟ ਨੇ। ਐਂਗਲ ਦੋਨਾਂ ਦਾ ਸੇਮ, ਜਿੰਨਾ dB ਹੈ ਓਨਾ ਹੀ ਸਾਡਾ dB ਡੈਸ਼ ਵੀ ਹੈ। ਦੇ ਆਰ ਇਕੁਅਲ ਐਂਡ ਆਪੋਜ਼ਿਟ। ਜੇ ਇਕੁਅਲ ਤੇ ਆਪੋਜ਼ਿਟਸ ਨੇ, they will cancel the effect of each other। ਇਹ ਦੋਨੋਂ ਜਿਹੜੇ ਨੇ ਇੱਕ ਦੂਸਰੇ ਦਾ ਸਾਡਾ ਜਿਹੜਾ ਇਫੈਕਟ ਹੈ, ਇੱਕ ਦੂਜੇ ਦਾ ਇਫੈਕਟ ਆਪਸ ਵਿੱਚ ਕੀ ਕਰਨਗੇ ਕੈਂਸਲ। ਇਹਨਾਂ ਦਾ ਮੈਗਨੈਟਿਕ ਫੀਲਡ ਕੈਂਸਲ ਹੋ ਕੇ ਸਾਡਾ 0। ਨਾਓ dB sin ਤੇ dB dash sin beta ਨੂੰ ਧਿਆਨ ਨਾਲ ਦੇਖੋ, ਇਹਨਾਂ ਦੋਨਾਂ ਦੀ ਡਾਇਰੈਕਸ਼ਨ ਸੇਮ ਹੋਣ ਕਰਕੇ, ਇਹਨਾਂ ਦੋਨਾਂ ਕਰਕੇ ਹੀ ਸਾਡਾ ਜਿਹੜਾ ਹੈ ਮੈਗਨੈਟਿਕ ਫੀਲਡ ਆਏਗਾ। ਕਹਿਣ ਦਾ ਮਤਲਬ ਕਿਹੜੇ ਕੰਪੋਨੈਂਟ ਕਰਕੇ ਮੈਗਨੈਟਿਕ ਫੀਲਡ ਆਏਗਾ, ਓਨਲੀ ਡਿਊ ਟੂ sin beta component। why? because they are in the same direction, they will add to give the resultant magnetic field। ਇਹ ਦੋਨੋਂ ਜਦੋਂ ਐਡ ਹੋਣਗੇ ਉਥੋਂ ਅਸੀਂ ਕੈਲਕੂਲੇਟ ਕਰਾਂਗੇ। ਨਾਓ ਕੁਐਸਚਨ ਆਇਆ ਕਿ ਇਹ ਸਿਰਫ ਦੋ ਹੀ ਕੰਪੋਨੈਂਟ ਹੋਣਗੇ। ਆ ਦੋ ਕੰਪੋਨੈਂਟ ਤਾਂ ਨੇ ਕਿਉਂਕਿ ਅਸੀਂ ਇਹ ਦੋ ਸਮਾਲ ਲੈਂਥ ਐਲੀਮੈਂਟ ਕਰੰਟ ਐਲੀਮੈਂਟ ਲਏ, ਪਰ ਸਰਕੂਲਰ ਕੋਇਲ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਸਾਡੇ ਕੋਲ ਜਿਹੜੇ ਨੇ ਕਰੰਟ ਐਲੀਮੈਂਟਸ ਹੋਣਗੇ। ਜੇ ਅਸੀਂ ਇੱਥੇ ਕਰੰਟ ਐਲੀਮੈਂਟ ਲੈਨੇ ਆ ਤੇ ਜਸਟ ਇਹਦੇ ਆਪੋਜ਼ਿਟ ਇੱਥੇ ਲੈਨੇ ਆ, ਇਹਨਾਂ ਕਰਕੇ ਵੀ ਦੋ ਕੰਪੋਨੈਂਟ ਬਚਣਗੇ। ਮਤਲਬ ਜਿੰਨੇ ਵੀ ਸਾਡੇ ਜਿਹੜੇ ਇੱਥੇ ਕਰੰਟ ਐਲੀਮੈਂਟਸ ਹੋਣਗੇ, ਉਹਨਾਂ ਸਾਰਿਆਂ ਨੂੰ ਜਦੋਂ ਅਸੀਂ ਉਹਨਾਂ ਦਾ ਮੈਗਨੈਟਿਕ ਫੀਲਡ ਰਿਜ਼ੋਲਵ ਕਰਾਂਗੇ, ਜਿੰਨੇ ਵੀ ਸਾਈਨ ਬੀਟਾ ਕੰਪੋਨੈਂਟਸ ਹੋਣਗੇ ਸਾਰਿਆਂ ਨੂੰ ਅਸੀਂ ਐਡ ਕਰਕੇ ਰਿਜ਼ਲਟੈਂਟ ਮੈਗਨੈਟਿਕ ਫੀਲਡ ਜਿਹੜਾ ਹੈ ਆਪਾਂ ਫਾਈਂਡ ਆਊਟ ਕਰਾਂਗੇ। ਇਹ ਦੋ ਕੰਪੋਨੈਂਟ ਨਹੀਂ ਹੈ, ਇਹ ਦੋ ਸਿਰਫ ਇਹਨਾਂ ਦੋਵਾਂ ਕਰੰਟ ਐਲੀਮੈਂਟ ਕਰਕੇ ਹੈ, ਪਰ ਇਹਦੇ ਵਿੱਚ ਲਾਰਜ ਨੰਬਰ ਆਫ ਕਰੰਟ ਐਲੀਮੈਂਟਸ ਨੇ।
जिन्ने करंट एलिमेंट्स होंगे उन्ने ही साडे कोल इस तरह के कंपोनेंट्स होंगे। सारिया कंपोनेंट्स नूं असीं ऐड करके असीं रिजल्टेंट मैग्नेटिक फील्ड फाइंड आउट करांगे। नाउ क्वेश्चन इज इन विच डायरेक्शन द रिजल्टेंट फील्ड विल लाई। किस डायरेक्शन दे विच साडा रिजल्टेंट फील्ड होएगा। जेकर साडे कोल करंट कैरिंग सर्कुलर कॉइल है तो ओदा मैग्नेटिक फील्ड किधर नूं होएगा। देखो ए ते आपस च कैंसल कर गए, सिर्फ ए ऐड हो रहे ने ते ए डायरेक्शन किधर है, एक्सिस दे अलोंग। एदा मतलब करंट कैरिंग कॉइल दा मैग्नेटिक फील्ड ओदी एक्सिस दे अलोंग हुंदा है। जदों भी करंट कैरिंग कॉइल दा मैग्नेटिक फील्ड निकालना है ते ओदा सारा मैग्नेटिक फील्ड ओदी एक्सिस दे अलोंग ही जिहड़ा है वो डायरैक्ट होएगा। वो किस तरह देखो, मान लो मेरे को करंट कैरिंग कॉइल है, करंट इस तरह फ्लो कर रहा है। कल भी समझाया सी कि जिधर करंट फ्लो करे उधर नूं असीं थंब अपना फिंगर्स घुमावांगे ते थंब देखो, थंब बिल्कुल एदी एक्सिस वाले पासे है। ए एदी एक्सिस बनदी है, एक्सिस वाले पासे जिहड़ा है साडे कोल क्या आएगा, थंब। लाइक दिस जे करंट फ्लो कर रहा लाइक दिस, बिल्कुल साडे कोल जिहड़ा थंब है वो ओदी एक्सिस दे की आएगा अलोंग। Hence resultant magnetic field is along x axis. Now इस तो बाद इक्वेशन नंबर 1, इक्वेशन नंबर 2। नाउ असी जिहड़ी लाइनां बोलियां वो लिख लिए। नाउ रिजॉल्व the dB vector and dB vector dash into two components। केड़े केड़े कंपोनेंट्स ने साडे कोल आ गया एक dB cos बीटा एंड dB sin बीटा एटसेट्रा। ਇਹੋ ਜਿਹੇ ਕੰਪੋਨੈਂਟਸ ਦੇ ਵਿੱਚ ਅਸੀਂ ਜਿਹੜਾ ਹੈ ਇਸ ਨੂੰ ਆਪਾਂ ਜਿਹੜਾ ਹੈ ਡਿਵਾਈਡ ਕਰ ਦਿੱਤਾ। ਨਾਓ all dB cos beta components will cancel the effect of each other। क्यों कैंसल करेंगे, बिकॉज दे आर इक्वल एंड ऑपोजिट। ए तुसी लाइन आप लिख लेना, बिकॉज दे आर इक्वल एंड ऑपोजिट while all dB sin beta components will add up to give resultant field, add up to give the resultant field। साढ़े को जड़ा है रिजल्टेंट फील्ड सिर्फ ते सिर्फ किहदे करके आएगा, ऑल dB sin बीटा कंपोनेंट्स। नाउ इस तो बाद ਅਸੀਂ ਸਾਰੇ ਜਿਹੜੇ ਨੇ dB sin बीटा कंपोनेंट्स ਜਿਹੜੇ ਨੇ ਉਹਨਾਂ ਨੂੰ ਅਸੀਂ ਐਡ ਕਰਾਂਗੇ। therefore the total field is given by total field ਜਿਹੜਾ ਹੈ ਸਾਡੇ ਕੋਲ B, it is given by all dB sin बीटा कंपोनेंट। ਸਾਰਿਆਂ ਨੂੰ ਅਸੀਂ ਜਿਹੜਾ ਹੈ ਆਪਾਂ ਐਡ ਕਰ ਦਾਂਗੇ। ਨਾਓ dB डैश क्यों नहीं लिख रहा है, क्योंकि dB ਤੇ dB डैश ਦੀ ਵੈਲਿਊ ਜਿਹੜੀ ਹੈ ਬਿਲਕੁਲ ਸੇਮ ਹੈ। ਨਾਓ dB ਦੀ ਵੈਲਿਊ ਅਸੀਂ ਇੱਥੇ ਪੁੱਟ ਕਰ ਦਿੰਨੇ ਆ, ਸਾਡੇ ਕੋਲ ਆ ਜਾਏਗੀ μ0/4π। ਅੱਗੇ ਕੀ ਸੀਗਾ ਸਾਡੇ ਕੋਲ I, ਨਾਲ ਸੀਗਾ dl ਤੇ ਸਾਡੇ ਕੋਲ ਥੱਲੇ ਸੀਗਾ ਡਿਵਾਈਡਡ ਬਾਈ r ਦਾ ਸਾਡੇ ਕੋਲ ਸਕੁਅਰ ਤੇ ਨਾਲ ਸਾਡੇ ਕੋਲ ਆ ਗਿਆ sin बीटा। ਸਾਡੇ ਕੋਲ ਆ ਗਿਆ ਨਾਲ sin बीटा। नाउ व्हाट इज sin बीटा? ए साडे को राइट एंगल ट्रायंगल देखो, इन राइट एंगल ट्रायंगल, हाँ जी केड़ी ट्रायंगल है, इथे साडे कोल कोई पॉइंट हैगा C, COP। आ राइट एंगल ट्रायंगल है CO ते P। इस ट्रायंगल दे विच इथे C दी जगह ते असी जिहड़ा है सपोज E लिख देने हैं, क्योंकि C इथे लिखा है, मान लो EOP। इस ट्रायंगल दे विच
साइन बीटा, साइन का फार्मूला परपेंडिकुलर ओवर हाइपोटेन्यूज। परपेंडिकुलर केड़ा साडे कोल आ एंगल है आ 90 डिग्री। नाउ दिस इज द परपेंडिकुलर एंगल दे सामने साइड जिहड़ी है साडे कोल परपेंडिकुलर, इट इज ए डिवाइडेड बाय हाइपोटेन्यूज कितना आ गया आर। परपेंडिकुलर ओवर हाइपोटेन्यूज ए ओवर आर असी इत्थे पुट कर दांगे। नाउ देयरफॉर वी गेट द टोटल मैग्नेटिक फील्ड जिहड़ा है वो कितना आएगा साडे कोल, इट इज बी इक्वल टू म्यू नॉट ओवर 4 पाई इंटैग्रेशन चो बाहर आ गया। उस तो बाद आई नू भी इंटैग्रेशन चो बाहर कर दिता, आर स्केयर नू भी असी इंटैग्रेशन चो असी बाहर कर दिता ते अंदर साडे कोल रह गया एक डीएल मल्टीप्लाई बाय साइन बीटा। साइन बीटा दी वैल्यू है ए ओवर आर। आर नू क्यों बाहर कटिया, क्योंकि ऑब्जर्वेशन पॉइंट जिथे है वो फिक्स है ते ओदा डिस्टेंस सेंटर तो जिहड़ा वो सेम रहेगा। नाउ इन द नेक्स्ट स्टेप वी विल फाइंड म्यू नॉट ओवर 4 पाई आई ओवर आर स्क्वेयर मल्टीप्लाई बाय ए ओवर आर। इनू भी इंटैग्रेशन चो असी जिहड़ा है बाहर निकाल दिता है। ए नू क्यों बाहर निकालिया, बिकॉज ए इज द रेडियस कांस्टेंट है, इनू बाहर निकालता। अगेन आर वाला डिस्टेंस जिहड़ा है ऑब्जर्वेशन पॉइंट दा फिक्स है, इनू भी असी बाहर निकाल देने। नाउ इट इज इक्वल टू म्यू नॉट ओवर 4 पाई आई ओवर आर क्यूब। आर स्केयर नू जदों आर नाल मल्टीप्लाई कीता आर क्यूब आ गया, नाल आ गया ए मल्टीप्लाई बाय व्हाट इज डीएल। डीएल स्मॉल लेंथ ते इंटैग्रेशन करोगे ते इहदी टोटल लेंथ, सर्कल दी टोटल लेंथ कितनी होएगी साडे कोल आ जाएगी 2 पाई ए। सर्कल दी टोटल लेंथ डीएल हैगी स्मॉल ते इंटैग्रेशन का मतलब टोटल, टोटल कितनी आएगी जिन्ना एदा साडे कोल सरकमफ्रेंस है। सरकमफ्रेंस का फार्मूला 2 पाई आर, पर असी इत्थे ए क्यों लिखिया, क्योंकि साडा रेडियस केड़ा चलदा पिया ए। नाउ इट इज इक्वल टू 2 पाई ए। नाउ पाई नाल पाई कैंसल, 2 दे नाल असी इनू 2 कैंसल कर दिंदे आ। साडे कोल जिहड़ा आ गया म्यू नॉट आई नाल आ जाएगा ए स्क्वायर। म्यू नॉट आई ए स्क्वायर डिवाइडेड बाय 2 ना इथों 2 कैंसल हो गया, साडे कोल रह गया 2 ते नाल साडे कोल आ जाएगा आर दे ऊपर पावर कितनी आ जाएगी 3 आर क्यूब। आई थिंक कि तुहानू जिहड़ा है इथों तक पता लग गया मैग्नेटिक फील्ड जिहड़ा असी टोटल निकालिया किहड़े पॉइंट दे उत्ते पी दे उत्ते साडे कोल इन्ना आ रहा। नाउ व्हाट इज आर। आर देखो आ डिस्टेंस है ते ए राइट एंगल ट्राइएंगल नजर आ रही है। इस राइट एंगल ट्राइएंगल दे विच जे असी पाइथागोरस थ्योरम लगाने आ ते साडे कोल नाउ आर स्क्वायर किदे इक्वल आएगा, हाइपोटेन्यूज दा स्क्वायर इज इक्वल टू परपेंडिकुलर दा स्क्वायर प्लस बेस स्क्वायर। साडे कोल आएगा ए स्क्वायर प्लस एक्स स्क्वायर ते जे आर दी वैल्यू दी गल करिए ते ए स्क्वायर प्लस एक्स स्क्वायर दी पावर आ जाएगी 1/2। स्क्वायर है उधर जाके स्क्वायर रूट हो जाएगा 1/2 ते असी इत्थे जिहड़ी है वैल्यू असी पुट करन लगे इस इक्वेशन च। साडे कोल b कितना आ जाएगा म्यू नॉट ओवर 4 पाई म्यू नॉट डिवाइडेड बाय साडे कोल आ जाएगा 2 ऊपर हैगा आई ए स्क्वायर। नाउ व्हाट इज आर। आर दी वैल्यू इत्थे पुट करांगे, साडे कोल आ जाएगा ए स्क्वायर प्लस एक्स स्क्वायर रेस टू पावर 3/2। ए साडे कोल 3 कित्थों आ गया, क्योंकि ऊपर पावर कितनी सी 3 ते आर दी वैल्यू 1/2 है तो 3 ऊपर होने करके साडे कोल कितना आ जाएगा 3/2। दिस इज द फॉर्मूला फॉर मैग्नेटिक फील्ड at any point on the axis of a current carrying circular coil. Magnetic field on the axis of a current carrying circular coil. Now case first, पहला केस देखो, if
x is 0, ਇਹ ਬੜੇ ਧਿਆਨ ਨਾਲ ਦੇਖਣਾ ਹੈ। ਮੰਨ ਲਓ x 0 ਹੈ, x 0 ਦਾ ਮਤਲਬ ਹੈ ਕਿ ਆਬਜ਼ਰਵੇਸ਼ਨ ਪੁਆਇੰਟ ਮੇਰਾ ਸੈਂਟਰ ਤੇ ਹੀ ਹੈ, ਕਿਉਂਕਿ ਜਿਉਂ-ਜਿਉਂ p ਇੱਥੇ ਆਏਗਾ x ਘਟਦਾ ਜਾਏਗਾ, x ਘਟਦਾ। ਇਹਦਾ ਮਤਲਬ ਜਦੋਂ ਮੇਰਾ p o ਦੇ ਉੱਤੇ ਹੀ ਹੋਏਗਾ ਤੇ ਸਾਡਾ x ਕਿੰਨਾ ਹੋ ਜਾਏਗਾ 0। ਇਹਦਾ ਮਤਲਬ ਜੇਕਰ x 0 ਹੈ that is ਮੈਗਨੈਟਿਕ ਫੀਲਡ ਕਿੱਥੇ ਨਿਕਾਲਣ ਲੱਗੇ ਆ, ਮੈਗਨੈਟਿਕ ਫੀਲਡ ਐਟ O, ਅਸੀਂ O ਦੇ ਉੱਤੇ ਮੈਗਨੈਟਿਕ ਫੀਲਡ ਨਿਕਾਲਣ ਲੱਗੇ ਆ। ਇਹ ਕੱਲ ਵੀ ਅਸੀਂ ਸੈਂਟਰ ਤੇ ਨਿਕਾਲਿਆ ਸੀ। ਜੇ x 0 ਹੋਵੇ ਇੱਥੇ ਅਸੀਂ 0 ਭਰ ਦਾਂਗੇ, ਇਹ 0 ਹੋਣ ਕਰਕੇ ਸਾਡੇ ਕੋਲ ਆ ਜਾਏਗਾ a² and we get b is equal to mu naught I a² divided by 2। ਆ ਤੇ 0 ਹੋ ਗਿਆ ਤੇ a² ਦੀ ਪਾਵਰ 3/2, ਸਕੁਅਰ ਨਾਲ ਸਕੁਅਰ ਕੈਂਸਲ, ਸਾਡੇ ਕੋਲ ਆ ਜਾਏਗਾ a³ a² ਨਾਲ a³ ਕੈਂਸਲ and we get mu naught I over 2a। ਇਹ ਫਾਰਮੂਲਾ ਦੇਖੋ ਤੁਹਾਡਾ ਕੱਲ ਵਾਲੇ ਆਰਟੀਕਲ ਦਾ ਸੇਮ ਫਾਰਮੂਲਾ ਆ ਗਿਆ, mu naught I over 2r। ਕੱਲ ਰੇਡੀਅਸ r ਲਿਆ ਸੀ, ਅੱਜ ਅਸੀਂ a ਲਿਆ। ਇਹਦਾ ਮਤਲਬ ਇਸੇ ਆਰਟੀਕਲ ਤੋਂ ਅਸੀਂ ਦੂਸਰਾ ਆਰਟੀਕਲ ਵੀ ਜਿਹੜਾ ਹੈ ਡਰਾਈਵ ਕਰ ਸਕਦੇ ਹਾਂ। ਦੇ ਜਸਟ ਸਾਨੂੰ ਇਕੁਏਸ਼ਨ ਪਤਾ ਲੱਗ ਗਈ ਹੈ, ਇਹ ਮੇਨ ਇਕੁਏਸ਼ਨ ਹੈ। ਇਥੇ x ਦੀ ਵੈਲਿਊ ਡਿਫਰੈਂਟ ਪੁੱਟ ਕਰਕੇ ਤੁਸੀਂ ਵੱਖਰੇ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਜਿਹੜਾ ਹੈ ਕੈਲਕੂਲੇਟ ਕਰ ਸਕਦੇ ਹੋ। Now this is a magnetic field at the center of a current carrying circular coil। ਮੰਨ ਲਓ ਕਿ ਇਹਦੇ ਕੋਲ ਜਿਹੜੀਆਂ ਨੇ ਨੰਬਰ ਆਫ ਟਰਨਸ ਜਿਹੜੀਆਂ ਨੇ n ਨੇ। if there are n number of turns, if n number of turns ਹੋਣ then ਸਾਡੇ ਕੋਲ b ਦਾ ਫਾਰਮੂਲਾ ਕੀ ਬਣ ਜਾਏਗਾ, mu naught n I divided by 2a। ਇਸ ਤਰ੍ਹਾਂ ਸਾਡੇ ਕੋਲ ਜਿਹੜਾ ਹੈ ਦੂਸਰਾ ਫਾਰਮੂਲਾ ਵੀ ਅਸੀਂ ਜਿਹੜਾ ਹੈ ਬਣਾ ਸਕਦੇ ਹਾਂ। ਤੇ ਇਹਦੇ ਵਿੱਚ ਯਾਦ ਰੱਖਣਾ ਹੈ ਕਿ ਸਾਰੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਹੈ ਇਟ ਇਜ਼ ਅਲੋਂਗ ਦਾ ਐਕਸਿਸ ਆਫ ਦਾ ਕੋਇਲ, ਐਕਸਿਸ ਦੇ ਅਲੋਂਗ ਹੋਏਗੀ ਤੇ ਰਾਈਟ ਹੈਂਡ ਅਸੀਂ ਪੌਮ ਰੂਲ ਦੇ ਅਕੋਰਡਿੰਗ ਇਹਦੀ ਜਿਹੜੀ ਹੈ ਡਾਇਰੈਕਸ਼ਨ ਫਾਈਂਡ ਆਊਟ ਕਰ ਸਕਦੇ ਹਾਂ। ਆਈ ਥਿੰਕ ਤੁਹਾਨੂੰ ਅੱਜ ਦਾ ਆਰਟੀਕਲ ਜਿਹੜਾ ਹੈ ਚੰਗੇ ਤਰੀਕੇ ਨਾਲ ਕੰਪਲੀਟ ਹੋ ਗਿਆ। ਇਸ ਤੋਂ ਬਾਅਦ ਅਸੀਂ ਜਿਹੜਾ ਹੈ ਮੈਗਨੈਟਿਕ ਫੀਲਡ ਡਿਊ ਟੂ ਸਟ੍ਰੇਟ ਕਰੰਟ ਕੈਰਿੰਗ ਵਾਇਰ ਜਿਹੜਾ ਹੈ ਉਹ ਆਪਾਂ ਫਾਈਂਡ ਆਊਟ ਕਰਾਂਗੇ। ਥੈਂਕ ਯੂ।